ਹੈਲੋ ਮਾਈ ਡੀਅਰ ਸਟੂਡੈਂਟਸ, ਵੈਲਕਮ ਅਗੇਨ CBC ਇੰਸਟੀਟਿਊਟ ਦੇ ਇਸ ਆਨਲਾਈਨ ਪਲੇਟਫਾਰਮ 'ਤੇ ਫਿਰ ਤੋਂ ਸਵਾਗਤ ਹੈ। ਆਪਾਂ ਡਿਸਕਸ ਕਰ ਰਹੇ ਸੀ ਸਾਇੰਸ ਦੇ ਇੰਪੋਰਟੈਂਟ ਕੁਐਸਚਨਸ ਨੂੰ। ਹਾਂਜੀ, ਆਪਾਂ ਇਸ ਤੋਂ ਪਹਿਲਾਂ ਪਾਰਟ 9 ਤੱਕ ਡਿਸਕਸ ਕਰ ਲਏ ਸੀ, ਜੋ ਕਿ ਸਾਇੰਸ ਦੇ ਕਾਫੀ ਇੰਪੋਰਟੈਂਟ ਕੁਐਸਚਨ ਸੀ। ਤਾਂ ਅੱਜ ਆਪਾਂ ਪਾਰਟ 10 ਕੰਟੀਨਿਊ ਕਰ ਰਹੇ ਹਾਂ। ਅੱਜ ਵੀ ਤੁਸੀਂ ਕਾਫੀ ਜ਼ਿਆਦਾ ਇੰਪੋਰਟੈਂਟ ਕੁਐਸਚਨਸ ਨੂੰ ਦੇਖੋਗੇ ਅਤੇ ਜੋ ਲਾਸਟ ਜੋ ਆਪਾਂ ਸੀਰੀਜ਼ ਕੀਤੀ ਉਹਦੇ ਵਿੱਚ ਜੋ ਵੀ ਕੁਛ ਆਪਾਂ ਪੜ੍ਹਿਆ, ਇਹਨਾਂ ਦੇ ਵਿੱਚ ਆਪਾਂ ਉਹ ਰਿਵਾਈਜ਼ ਵੀ ਕਰਾਂਗੇ, ਹੈ ਨਾ। ਤਾਂ ਸਾਰੇ ਇੰਪੋਰਟੈਂਟ ਕੁਐਸਚਨਸ ਹੈ, ਇਹਨਾਂ ਜ਼ਰੂਰ ਇਹਨਾਂ ਕੁਐਸਚਨਸ ਨੂੰ ਯਾਦ ਕਰਨਾ। ਤਾਂ ਚਲਦੇ ਹਾਂ ਜੀ ਪਾਰਟ 10 ਦੇ ਅੱਜ ਦੇ ਆਪਣੇ ਫਸਟ ਕੁਐਸਚਨ 'ਤੇ। ਫਸਟ ਕੁਐਸਚਨ ਹੈ, ਡਿਵਾਈਸ ਯੂਜ਼ ਫॉर ਮੈਜ਼ਰਿੰਗ ਦਾ ਡੈਪਥ ਆਫ ਸੀ। ਤਾਂ ਸਮੁੰਦਰ ਦੀ ਗਹਿਰਾਈ ਨੂੰ ਮਾਪਣ ਲਈ ਕਹਿੰਦੇ ਕਿਹੜਾ ਇੰਸਟਰੂਮੈਂਟ ਯੂਜ਼ ਹੁੰਦਾ ਹੈ? ਡੈਪਥ ਆਫ ਸੀ, ਹੈ ਨਾ। ਤਾਂ ਕਾਫੀ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ। ਤਾਂ ਸੈਕਿੰਡ ਆਪਸ਼ਨ ਕਰੈਕਟ ਆਂਸਰ ਹੈ ਫੈਥੋਮੀਟਰ। ਦੇਖੋ, ਸਮੁੰਦਰ ਦੀ ਜਿਹੜੀ ਗਹਿਰਾਈ ਹੈ ਉਹਨੂੰ ਆਪਾਂ ਮੈਜ਼ਰ ਵੀ ਫੈਦਮ ਦੇ ਵਿੱਚ ਕਰਦੇ ਹਾਂ। ਜੇ ਆਪਾਂ ਨੂੰ ਯੂਨਿਟਸ ਪੁੱਛ ਲੈਣ ਨਾ, ਸਮੁੰਦਰ ਦੀ ਗਹਿਰਾਈ ਨੂੰ ਮੈਜ਼ਰ ਕਿਹਦੇ ਵਿੱਚ ਕਰਦੇ ਹਾਂ, ਆਂਸਰ ਹੈ ਫੈਦਮਸ। ਅਤੇ ਇੰਸਟਰੂਮੈਂਟ ਕਿਹੜਾ ਹੋ ਜਾਊਗਾ? ਫੈਥੋਮੀਟਰ। ਉਸੇ ਤਰੀਕੇ ਨਾਲ ਅਲਟੀਮੀਟਰ ਜੋ ਹੈ, ਅਲਟੀਮੀਟਰ ਕੀ ਮੈਜ਼ਰ ਕਰਦਾ ਹੈ? ਅਲਟੀਟਿਊਡ। ਅਲਟੀਟਿਊਡ ਆਪਾਂ ਮੈਥਸ ਦੇ ਵਿੱਚ ਪੜ੍ਹਦੇ ਹਾਂ, ਯਾਨੀ ਕਿ ਹਾਈਟ, ਹੈ ਨਾ। ਜਦੋਂ ਆਪਾਂ ਰਾਈਟ ਐਂਗਲ ਟਰਾਇੰਗਲ ਬਣਾਉਂਦੇ ਹਾਂ, ਇੱਦਾਂ ਬਣਾਉਂਦੇ ਹਾਂ ਰਾਈਟ ਐਂਗਲ ਟਰਾਇੰਗਲ, ਤਾਂ ਆਹ ਕੀ ਚੀਜ਼ ਹੁੰਦੀ ਹੈ? ਹਾਈਟ ਹੁੰਦੀ ਹੈ ਉਹਦੀ, ਅਲਟੀਟਿਊਡ ਹੁੰਦਾ। ਅਤੇ ਅਲਟੀਮੀਟਰ ਕੀ ਇੰਸਟਰੂਮੈਂਟ ਹੈ ਜੋ ਹਾਈਟ ਨੂੰ ਮੈਜ਼ਰ ਕਰਦਾ ਹੈ। ਉਸ ਤੋਂ ਬਾਅਦ ਹੈ ਸੀ ਆਪਸ਼ਨ ਹਾਈਡਰੋਮੀਟਰ। ਹਾਈਡਰੋਮੀਟਰ ਮੈਜ਼ਰ ਕਰਦਾ ਹੈ ਰਿਲੇਟਿਵ ਡੈਂਸਿਟੀ। ਰਿਲੇਟਿਵ ਡੈਂਸਿਟੀ ਯਾਨੀ ਕਿ ਕੋਈ ਚੀਜ਼ ਪਾਣੀ ਤੋਂ ਕਿੰਨੀ ਜ਼ਿਆਦਾ ਹੈਵੀ ਹੈ, ਡੈਂਸ ਹੈ। ਤਾਂ ਕਿਸੇ ਵੀ ਚੀਜ਼ ਦੀ ਡੈਂਸਿਟੀ ਨੂੰ ਜਦੋਂ ਆਪਾਂ ਪਾਣੀ ਦੇ ਅਕੋਰਡਿੰਗਲੀ ਮੈਜ਼ਰ ਕਰਦੇ ਉਹਨੂੰ ਬੋਲਦੇ ਰਿਲੇਟਿਵ ਡੈਂਸਿਟੀ। ਅਤੇ ਜਿਹੜੀ ਫੋਰਥ ਆਪਸ਼ਨ ਹੈ ਮੈਨੋਮੀਟਰ। ਮੈਨੋਮੀਟਰ ਮੈਜ਼ਰ ਕਰਦਾ ਜੀ ਪ੍ਰੈਸ਼ਰ। ਪ੍ਰੈਸ਼ਰ ਨੂੰ ਮੈਜ਼ਰ ਕਰਨ ਵਾਸਤੇ ਯੂਜ਼ ਹੁੰਦਾ ਮੈਨੋਮੀਟਰ। ਵੈਸੇ ਬੈਰੋਮੀਟਰ ਵੀ ਹੁੰਦਾ, ਉਸੇ ਤਰੀਕੇ ਨਾਲ ਮੈਨੋਮੀਟਰ ਵੀ ਹੁੰਦਾ ਜੋ ਮੈਜ਼ਰ ਕਰਦਾ ਪ੍ਰੈਸ਼ਰ ਨੂੰ। ਚਲੋ ਚੱਲਦੇ ਜੀ ਨੈਕਸਟ ਕੁਐਸਚਨ 'ਤੇ। ਦ ਵਾਇਰਸ ਆਫ ਏਡਸ ਮੇਨਲੀ ਇਫੈਕਟ ਦਾ ਗਰੋਥ ਆਫ। ਆਪਾਂ ਨੂੰ ਪਤਾ ਦੇਖੋ, ਏਡਸ ਜਿਹੜਾ ਡਿਸੀਜ਼ ਆ ਉਹ ਵਾਇਰਸ ਤੋਂ ਹੁੰਦਾ ਹੈ ਨਾ। HIV ਵਾਇਰਸ ਆਪਾਂ ਪੜ੍ਹਿਆ ਸੀ, ਹਿਊਮਨ ਇਮਿਊਨੋ ਡੈਫੀਸ਼ੀਐਂਸੀ ਵਾਇਰਸ। ਅਤੇ ਏਡਸ ਦੀ ਫੁੱਲ ਫੋਰਮ ਵੀ ਯਾਦ ਰੱਖਣੀ ਹੈ, ਐਕਵਾਇਰਡ ਇਮਿਊਨੋ ਡੈਫੀਸ਼ੀਐਂਸੀ ਸਿੰਡਰੋਮ। ਏਡਸ ਡੇ ਕਦੋਂ ਹੁੰਦਾ? 1 ਦਸੰਬਰ। AIDS ਇਹਦੇ ਵਿੱਚ ਹੀ ਪਿਆ 1 ਦਸੰਬਰ। 1 ਦਸੰਬਰ ਨੂੰ ਕੀ ਬਣਾਇਆ ਜਾਂਦਾ? ਏਡਸ ਡੇ। ਤਾਂ ਕਹਿੰਦੇ ਜਿਹੜਾ ਏਡਸ ਦਾ ਵਾਇਰਸ ਹੈ ਉਹ ਕਿਸ ਚੀਜ਼ ਨੂੰ ਇਫੈਕਟ ਕਰਦਾ ਹੈ? ਤਾਂ ਸੀ ਆਪਸ਼ਨ ਕਰੈਕਟ ਆਂਸਰ ਹੈ ਟੀ ਸੈਲਸ ਇਨ ਬਲੱਡ। ਆਪਣੀ ਬਲੱਡ ਦੇ ਵਿੱਚ ਨਾ ਇੱਕ ਸੈਲਸ ਹੁੰਦੇ ਟੀ ਸੈਲਸ, ਮਤਲਬ ਇੱਕ ਤਰ੍ਹਾਂ ਦੀ ਟਾਈਪ ਹੈ WBC। WBC ਤਾਂ ਆਪਾਂ ਸੁਣੀ ਹੈ, ਵਾਈਟ ਬਲੱਡ ਸੈਲਸ, ਹੈ ਨਾ। ਉਹਦੀ ਇੱਕ ਤਰ੍ਹਾਂ ਦੀ ਇੱਕ ਟਾਈਪ ਹੈ ਜੋ ਕਿ ਐਸੈਂਸ਼ੀਅਲ ਹੁੰਦੀ ਹੈ ਆਪਣੀ ਬੋਡੀ ਦੀ ਇਮਿਊਨਿਟੀ ਲਈ। ਇਮਿਊਨਿਟੀ ਆਪਣੀ ਬੋਡੀ ਨੂੰ ਡਿਸੀਜ਼ਿਸ ਤੋਂ ਲੜਨ ਤੋਂ ਬਚਾਉਂਦੀ ਹੈ। ਤਾਂ ਜਿਹੜੇ ਟੀ ਸੈਲਸ ਹੈ ਜੋ ਕਿ ਆਪਣੀ ਬੋਡੀ ਨੂੰ ਇਮਿਊਨਿਟੀ ਪ੍ਰੋਵਾਈਡ ਕਰਦੇ ਆ, ਤਾਂ ਜਿਹੜਾ ਏਡਸ ਦਾ ਵਾਇਰਸ ਉਹ ਸਿੱਧਾ ਇਹਨੂੰ ਇਫੈਕਟ ਕਰ ਦਿੰਦਾ। ਹੁਣ ਜੇ ਇਮਿਊਨਿਟੀ ਹੀ ਇਨਸਾਨ ਦੀ ਨਹੀਂ ਰਹੂਗੀ, ਰੋਗਾਂ ਦੇ ਪ੍ਰਤੀ ਲੜਨ ਦੀ ਜਿਹੜੀ ਸ਼ਮਤਾ ਹੈ ਉਹੀ ਡਿਕਰੀਜ਼ ਹੋ ਜੂਗੀ, ਤਾਂ ਏਡਸ ਵਾਇਰਸ ਕੀ ਹੈ? ਇਨਸਾਨ ਦਾ ਡੈਥ ਵੀ ਕਾਜ਼ ਕਰ ਸਕਦਾ, ਹੈ ਨਾ। ਚਲੋ ਬਾਕੀ ਆਪਸ਼ਨਸ ਨੂੰ ਦੇਖਦੇ ਹਾਂ। ਮੇਰੀ ਆਦਤ ਹੈ ਨਾ, ਬਾਕੀ ਆਪਸ਼ਨਸ ਨੂੰ ਵੀ ਆਪਾਂ ਯਾਦ ਕਰਦੇ ਹਾਂ। ਹੀਮੋਗਲੋਬਿਨ ਦਾ ਪਰਪਸ ਕੀ ਸੀ? ਰਿਵੀਜ਼ਨ ਵੀ ਹੋ ਰਹੀ ਹੈ ਨਾਲ ਦੇ ਨਾਲ। ਟ੍ਰਾਂਸਫਰ ਆਫ ਆਕਸੀਜਨ ਯਾਦ ਰੱਖਣਾ ਕੁਐਸਚਨ ਹੈ ਨਾ। RBC 'ਤੇ ਕੀ ਕੁਐਸਚਨ ਆਉਂਦਾ? RBC ਨੂੰ ਹੋਰ ਕੀ ਬੋਲਿਆ ਜਾਂਦਾ? ਅਰਿਥਰੋਸਾਈਟਸ। RBC ਇਜ਼ ਆਲਸੋ ਨੋਨ ਐਜ਼ ਰਿਥਰੋਸਾਈਟਸ। ਅਤੇ ਟੋਟਲ ਲਾਈਫ ਸਪੈਨ ਕਿੰਨਾ ਹੁੰਦਾ RBC ਦਾ? 120 ਦਿਨ ਤੱਕ ਜਿੰਦਾ ਰਹਿੰਦੇ ਨੇ ਆਪਣੀ ਬੋਡੀ ਦੇ ਅੰਦਰ ਰੈੱਡ ਬਲੱਡ ਸੈਲਸ। ਥਰਡ ਕੁਐਸਚਨ ਹੈ, ਵਿਚ ਆਫ ਦਾ ਫੋਲੋਇੰਗ ਇਜ਼ ਦਾ ਯੂਜ਼ਡ ਐਜ਼ ਐਂਟੀ ਫਰੀਜ਼ ਫॉर ਦਾ ਆਟੋਮੋਬਾਈਲ ਇੰਜਨਸ। ਜੋ ਕਿ ਆਪਣੇ ਆਟੋਮੋਬਾਈਲ ਇੰਜਨਸ ਹੈ ਉਹਨੂੰ ਐਂਟੀ ਫਰੀਜ਼, ਜੰਮਣ ਤੋਂ ਬਚਾਉਣ ਲਈ ਕਿਹੜਾ ਸਬਸਟਾਂਸ ਯੂਜ਼ ਕੀਤਾ ਜਾਂਦਾ? ਇਹ ਹੈ ਜੀ ਇਥਾਈਲਿਨ ਗਲਾਈਕੋਲ। ਇਹ ਆਪਣੇ ਜਿਹੜੇ ਫਿਊਲ ਹੈ ਉਹਨੂੰ ਜੰਮਣ ਤੋਂ ਬਚਾਉਂਦਾ ਅਤੇ ਫਿਊਲਸ ਦੇ ਵਿੱਚ ਐਡ ਕੀਤਾ ਜਾਂਦਾ। ਬਾਕੀ ਆਪਸ਼ਨਸ ਨੂੰ ਵੀ ਦੇਖ ਲੈਂਦੇ ਹਾਂ। ਫਸਟ ਜਿਵੇਂ ਸੈਕਿੰਡ ਆਪਸ਼ਨ ਹੈ ਇਥੇਨੋਲ। ਇਥੇਨੋਲ ਅਤੇ ਮਿਥੇਨੋਲ ਇੱਕ ਤਰ੍ਹਾਂ ਦੀ ਸ਼ਰਾਬ ਹੈ ਨਾ, ਐਲਕੋਹਲ ਹੈ। ਅਤੇ ਜਿਹੜੀ ਇਥੇਨੋਲ ਹੈ ਇਹ ਯੂਜ਼ ਹੁੰਦੀ ਹੈ ਸੋਲਵੈਂਟਸ, ਇਜ਼ ਯੂਜ਼ ਐਟ ਸੋਲਵੈਂਟਸ ਇਨ ਪਰਫਿਊਮਸ। ਜੋ ਆਪਾਂ ਪਰਫਿਊਮਸ ਵਗੈਰਾ ਲਾਉਂਦੇ ਹਾਂ ਨਾ, ਡਾਈਜ਼ ਵਗੈਰਾ, ਇਹਨਾਂ ਦੇ ਵਿੱਚ ਯੂਜ਼ ਹੁੰਦੀ ਇਥੇਨੋਲ। ਜਿਹੜੀ ਮਿਥੇਨੋਲ ਹੁੰਦੀ ਹੈ, ਇਸ 'ਤੇ ਕੁਐਸਚਨ ਕੀ ਆ ਸਕਦਾ? ਮਿਥੇਨੋਲ ਕਾਫੀ ਪੋਇਜ਼ਨਸ ਹੈ, ਜ਼ਹਿਰੀਲੀ ਹੁੰਦੀ ਹੈ। ਹੁਣ ਜੇ ਦੋਨਾਂ 'ਚ ਕੁਐਸਚਨ ਆਵੇ ਇਥੇਨੋਲ ਅਤੇ ਮਿਥੇਨੋਲ 'ਚ ਆਪਾਂ ਪੀ ਕਿਹੜੀ ਸਕਦੇ ਹਾਂ, ਤਾਂ ਆਪਾਂ ਇਥੇਨੋਲ ਪੀ ਸਕਦੇ ਹਾਂ, ਲੇਕਿਨ ਮਿਥੇਨੋਲ ਨੂੰ ਪੀ ਨਹੀਂ ਸਕਦੇ। ਮਿਥੇਨੋਲ ਦੀ ਥੋੜ੍ਹੀ ਜਿਹੀ ਸਬਸਟਾਂਸ ਵੀ, ਥੋੜ੍ਹੀ ਜਿਹੀ ਮਾਤਰਾ ਵੀ ਕੀ ਹੈ? ਪੋਇਜ਼ਨਸ ਹੁੰਦੀ ਹੈ, ਜ਼ਹਿਰੀਲੀ ਹੁੰਦੀ ਹੈ, ਇਨਸਾਨ ਦੀ ਡੈਥ ਵੀ ਹੋ ਸਕਦੀ ਹੈ। ਚਲਦੇ ਜੀ ਨੈਕਸਟ ਕੁਐਸਚਨ 'ਤੇ। ਵਿਚ ਆਫ ਦਾ ਫੋਲੋਇੰਗ ਗੈਸ ਇਜ਼ ਨੋਟ ਨੋਨ ਐਜ਼ ਗ੍ਰੀਨ ਹਾਊਸ ਗੈਸ। ਇਹਨਾਂ ਦੇ ਵਿੱਚੋਂ ਕਿਹੜੀ ਗ੍ਰੀਨ ਹਾਊਸ ਗੈਸ ਨਹੀਂ ਹੈ? ਦੇਖੋ, ਗ੍ਰੀਨ ਹਾਊਸ ਗੈਸ ਉਹ ਹੈ ਜੋ ਆਪਣੇ ਵਾਤਾਵਰਨ ਨੂੰ ਗਰਮ ਕਰਨ ਦੇ ਵਿੱਚ ਮਤਲਬ ਕੋਜ਼ ਕਰਦੀ ਹੈ, ਜੋ ਆਪਣਾ ਗ੍ਰੀਨ ਹਾਊਸ ਇਫੈਕਟ ਹੈ ਨਾ, ਗਰਮੀ ਵੱਧ ਰਹੀ ਹੈ, ਗ੍ਰੀਨ ਹਾਊਸ ਗੈਸਿਸ ਇਹਨਾਂ ਚੀਜ਼ਾਂ ਨੂੰ ਕੋਜ਼ ਕਰਦੀ ਹੈ। ਮਿਥੇਨ ਵੀ ਗ੍ਰੀਨ ਹਾਊਸ ਗੈਸ ਹੈ, ਕਾਰਬਨ ਡਾਈਆਕਸਾਈਡ ਵੀ ਹੈ, ਨਾਈਟਰਸ ਆਕਸਾਈਡ ਵੀ ਹੈ, ਬਟ ਇਹਦਾ ਆਨਸਰ ਕੀ ਹੈ? ਹਾਈਡਰੋਜਨ। ਹਾਈਡਰੋਜਨ ਇੱਕ ਗ੍ਰੀਨ ਹਾਊਸ ਗੈਸ ਨਹੀਂ ਹੈ। ਅਤੇ ਤੁਸੀਂ ਇਹ ਵੀ ਯਾਦ ਰੱਖ ਲੈਣਾ, ਇਹ ਤਿੰਨੋਂ ਜਿਹੜੀਆਂ ਗੈਸਿਸ ਹੈ ਗ੍ਰੀਨ ਹਾਊਸ ਗੈਸ ਹੈ। ਮਿਥੇਨ ਦਾ ਆਪਾਂ ਫਾਰਮੂਲਾ ਵੀ ਯਾਦ ਰੱਖਣਾ ਜੀ, CH4, ਵੈਰੀ ਇੰਪੋਰਟੈਂਟ, ਸੌਰੀ CH4 ਇਹਦਾ ਫਾਰਮੂਲਾ ਮਿਥੇਨ ਦਾ। ਅਤੇ ਮਿਥੇਨ ਨੂੰ ਹੋਰ ਕੀ ਬੋਲਿਆ ਜਾਂਦਾ? ਮਿਥੇਨ ਨੂੰ ਮਾਰਸ਼ ਗੈਸ ਵੀ ਬੋਲਿਆ ਜਾਂਦਾ, ਇਹ ਵੀ ਯਾਦ ਰੱਖਣਾ, ਵੈਰੀ ਇੰਪੋਰਟੈਂਟ ਕੁਐਸਚਨ ਆਉਂਦਾ। ਮਿਥੇਨ ਇਜ਼ ਆਲਸੋ ਨੋਨ ਐਜ਼ ਮਾਰਸ਼ ਗੈਸ। ਕਾਰਬਨ ਡਾਈਆਕਸਾਈਡ ਦਾ ਫਾਰਮੂਲਾ CO2, ਕਾਰਬਨ ਡਾਈਆਕਸਾਈਡ। ਇਹ ਜਿਹੜੇ ਸਿਲੰਡਰਸ ਹੁੰਦੇ ਆ ਹੈ ਨਾ, ਜਿਹੜੇ ਫਾਇਰ ਐਕਸਟਿੰਗਿਊਸ਼ਰਸ, ਇਸ 'ਤੇ ਕੁਐਸਚਨ ਆ ਸਕਦਾ। ਹਾਂ, ਜਿਹੜੇ ਅੱਗ ਬੁਝਾਉਣ ਵਾਲੇ ਜਿਹੜੇ ਸਿਲੰਡਰਸ ਹੁੰਦੇ ਆ
ਉਹਨਾਂ ਦੇ ਵਿੱਚ ਕਿਹੜੀ ਗੈਸ ਹੁੰਦੀ ਹੈ? ਕਾਰਬਨ ਡਾਈਆਕਸਾਈਡ। ਸੀ ਆਪਸ਼ਨ ਹੈ ਜਿਹੜੀ ਨਾਈਟਰਸ ਆਕਸਾਈਡ, ਇਹ ਕਿਹੜੀ ਗੈਸ ਹੈ? N2O, ਇਹ ਨਾਈਟਰਸ ਆਕਸਾਈਡ ਹੈ। ਇਸ 'ਤੇ ਬਹੁਤ ਇੰਪੋਰਟੈਂਟ ਕੁਐਸਚਨ ਆਉਂਦਾ ਹੈ, ਨਾਈਟਰਸ ਆਕਸਾਈਡ ਨੂੰ ਹੋਰ ਕੀ ਬੋਲਿਆ ਜਾਂਦਾ ਹੈ? ਲਾਫਿੰਗ ਗੈਸ। ਲਾਫਿੰਗ ਗੈਸ ਵੀ ਬੋਲਿਆ ਜਾਂਦਾ ਨਾਈਟਰਸ ਆਕਸਾਈਡ ਨੂੰ। ਚਲਦੇ ਜੀ 5th ਕੁਐਸਚਨ ਦੇ ਵਿੱਚ, ਉਹਦਾ ਫੋਲੋਇੰਗ ਇਜ਼ ਏ ਰੇਡੀਓ ਐਕਟਿਵ ਐਲੀਮੈਂਟ। ਇਹਨਾਂ ਦੇ ਵਿੱਚੋਂ ਕਿਹੜਾ ਰੇਡੀਓ ਐਕਟਿਵ ਐਲੀਮੈਂਟ ਹੈ? ਰੇਡੀਓ ਐਕਟਿਵ ਐਲੀਮੈਂਟ ਉਹ ਐਲੀਮੈਂਟ ਹੁੰਦੇ ਜਿਹੜੇ ਆਪਣੇ ਵਿੱਚੋਂ ਰੇਡੀਓ ਐਕਟਿਵ ਰੇਜ਼ ਨੂੰ ਐਮਿਟ ਕਰਦੇ ਆ। ਅਤੇ ਰੇਡੀਓ ਐਕਟਿਵ ਐਲੀਮੈਂਟ ਇਹਨਾਂ ਦੇ ਵਿੱਚੋਂ ਆਪਾਂ ਨੂੰ ਪਤਾ ਹੀ ਹੈ ਜੀ ਯੂਰੇਨੀਅਮ, ਵੈਰੀ ਇੰਪੋਰਟੈਂਟ। ਯੂਰੇਨੀਅਮ ਜਿਹਦਾ ਯੂਜ਼ ਨਿਊਕਲੀਅਰ ਰਿਐਕਟਰ ਦੇ ਵਿੱਚ ਵੀ ਹੁੰਦਾ ਹੈ, ਅਤੇ ਜਿਹਦਾ ਯੂਜ਼ ਐਟਮ ਬੋਂਬ ਬਣਾਉਣ ਦੇ ਵਿੱਚ ਵੀ ਹੁੰਦਾ ਹੈ। ਨਿਊਕਲੀਅਰ ਰਿਐਕਟਰਸ ਹੋ ਗਏ, ਨਿਊਕਲੀਅਰ ਬੋਂਬਸ, ਨਿਊਕਲੀਅਰ ਵੈਪਨਸ ਬਣਾਉਣ 'ਚ ਯੂਜ਼ ਹੁੰਦਾ ਯੂਰੇਨੀਅਮ, ਤਾਂ ਇੱਕ ਰੇਡੀਓ ਐਕਟਿਵ ਐਲੀਮੈਂਟ ਹੈ। ਬਾਕੀ ਆਪਸ਼ਨਸ ਨੂੰ ਵੀ ਪੜ੍ਹਦੇ ਹਾਂ। ਫਸਟ ਹੈ ਜੀ ਕੋਬਾਲਟ। ਕੋਬਾਲਟ ਕਿਹਦੇ ਵਿੱਚ ਪ੍ਰੈਜ਼ੈਂਟ ਹੁੰਦਾ ਹੈ? ਵਿਟਾਮਿਨ B12, ਇਹ ਜ਼ਰੂਰ ਯਾਦ ਰੱਖਣਾ ਹੈ। ਵਿਟਾਮਿਨ B12 ਦੇ ਵਿੱਚ ਕਿਹੜਾ ਪ੍ਰੈਜ਼ੈਂਟ ਹੁੰਦਾ ਹੈ? ਕੋਬਾਲਟ, ਵੈਰੀ ਇੰਪੋਰਟੈਂਟ। ਅਤੇ ਵਿਟਾਮਿਨ B12 ਦਾ ਨਾਮ ਕੀ ਸੀ? ਵਿਟਾਮਿਨ B12 ਦਾ ਨਾਮ ਕੀ ਸੀ? ਵਿਟਾਮਿਨ B12 ਦਾ ਨਾਮ ਹੈ ਸਾਇਨੋਕੋਬਾਲਾਮਾਈਨ। ਸਾਇਨੋਕੋਬਾਲਾਮਾਈਨ, ਇਹ ਵੀ ਆਪਾਂ ਯਾਦ ਕੀਤਾ ਸੀ, ਇੰਪੋਰਟੈਂਟ ਹੈ। ਉਸ ਤੋਂ ਬਾਅਦ ਆਰਗਨ ਹੈ। ਆਰਗਨ ਨੂੰ ਆਪਾਂ ਹੋਰ ਕੀ ਬੋਲਦੇ ਹਾਂ? ਨੋਬਲ ਗੈਸ। ਨੋਬਲ ਗੈਸ ਆਪਾਂ ਕੁਛ ਪੜ੍ਹੇ ਹੀ ਸੀ, ਹੀਲੀਅਮ ਹੋ ਗਿਆ, ਨਿਓਨ ਹੋ ਗਿਆ, ਆਰਗਨ, ਕ੍ਰਿਪਟਨ, ਜ਼ੀਨੋਨ, ਇਹ ਸਾਰੀਆਂ ਨੋਬਲ ਗੈਸਿਸ ਹੈ। 4th ਆਪਸ਼ਨ 'ਤੇ ਚੱਲਦੇ ਹਾਂ। ਕ੍ਰੋਮੀਅਮ। ਕ੍ਰੋਮੀਅਮ ਕਿਹਦੇ ਲਈ ਯੂਜ਼ ਹੁੰਦਾ? ਹਾਂ, ਇਹ ਯਾਦ ਰੱਖਣਾ, ਜਿਹੜੇ ਸਟੇਨਲੈਸ ਸਟੀਲ ਹੁੰਦੇ, ਸਟੇਨਲੈਸ ਸਟੀਲ ਆਪਾਂ ਦੇਖਦੇ ਨਾ ਜਿਹਦੇ ਬਲੇਡਸ ਵਗੈਰਾ ਬਣਦੇ, ਸਟੇਨਲੈਸ ਸਟੀਲ ਜਿਹਨੂੰ ਜੰਗ ਨਹੀਂ ਲੱਗਦੀ, ਤਾਂ ਕ੍ਰੋਮੀਅਮ ਕੀ ਹੁੰਦਾ ਹੈ? ਸਟੀਲ ਦੇ ਵਿੱਚ ਐਡ ਕੀਤਾ ਜਾਂਦਾ ਸਟੀਲ ਨੂੰ ਹਾਰਡ ਕਰਨ ਲਈ। ਤਾਂ ਸਟੀਲ ਨੂੰ ਹਾਰਡ ਕਰਨ ਲਈ ਉਹਦੇ ਵਿੱਚ ਕੀ ਐਡ ਕੀਤਾ ਜਾਂਦਾ ਹੈ? ਕ੍ਰੋਮੀਅਮ, ਵੈਰੀ ਇੰਪੋਰਟੈਂਟ। ਚਲੋ ਇਹ ਸੀ ਆਪਣਾ 5th ਕੁਐਸਚਨ। ਚੱਲਦੇ ਜੀ ਆਪਣੇ ਨੈਕਸਟ ਕੁਐਸਚਨ 'ਤੇ। 6th ਕੁਐਸਚਨ ਕੀ ਹੈ? ਵਿਚ ਆਫ ਦਾ ਫੋਲੋਇੰਗ ਇਜ਼ ਨੋਟ ਯੂਜ਼ਡ ਐਜ਼ ਏ ਮੋਡਰੇਟਰ ਇਨ ਦਾ ਨਿਊਕਲੀਅਰ ਰਿਐਕਟਰ। ਆਪਾਂ ਪੜ੍ਹਿਆ ਸੀ ਨਾ ਨਿਊਕਲੀਅਰ ਰਿਐਕਟਰਸ, ਉਹਦੇ ਵਿੱਚ ਕੀ ਹੈ? ਹੈਵੀ ਵਾਟਰ ਯੂਜ਼ ਹੁੰਦਾ ਹੈ ਨਾ, ਮੋਡਰੇਟਰ। ਤਾਂ ਗ੍ਰੇਫਾਈਟ ਵੀ ਯੂਜ਼ ਕਰ ਸਕਦੇ ਆ, ਹੈਵੀ ਵਾਟਰ ਵੀ ਕਰ ਸਕਦੇ ਆ, ਬੋਰੋਨ ਵੀ ਕਰ ਸਕਦੇ ਆ, ਬਟ ਇਹਦਾ ਸੀ ਆਪਸ਼ਨ ਕਰੈਕਟ ਆਨਸਰ ਹੈ। ਲਾਈਟ ਵਾਟਰ ਆਪਾਂ ਨਹੀਂ ਯੂਜ਼ ਕਰ ਸਕਦੇ ਰੇਡੀਏਟਰਸ ਐਜ਼ ਏ ਮੋਡਰੇਟਰ ਇਨ ਨਿਊਕਲੀਅਰ ਰਿਐਕਟਰ। ਨਿਊਕਲੀਅਰ ਰਿਐਕਟਰ ਦੇ ਵਿੱਚ ਕਿ ਨਿਊਟਰੋਨਸ ਦੀ ਸਪੀਡ ਨੂੰ ਸਲੋ ਡਾਊਨ ਕਰਨ ਲਈ ਆਪਾਂ ਗ੍ਰੇਫਾਈਟ, ਹੈਵੀ ਵਾਟਰ ਅਤੇ ਬੋਰੋਨ ਯੂਜ਼ ਕਰਦੇ ਹਾਂ, ਬਟ ਆਪਾਂ ਲਾਈਟ ਵਾਟਰ ਯੂਜ਼ ਨਹੀਂ ਕਰਦੇ। ਬਾਕੀ ਆਪਸ਼ਨਸ ਨੂੰ ਦੇਖ ਲੈਂਦੇ ਹਾਂ। ਗ੍ਰੇਫਾਈਟ ਦਾ ਯੂਜ਼, ਗ੍ਰੇਫਾਈਟ ਕੀ ਹੈ? ਗ੍ਰੇਫਾਈਟ ਦਾ ਕੁਐਸਚਨ ਆਊਗਾ, ਇਟ ਇਜ਼ ਦਾ ਐਲੋਟ੍ਰੋਫ ਆਫ ਕਾਰਬਨ। ਕਾਰਬਨ ਦੀ ਫੋਮ ਹੀ ਹੈ ਜੋ ਕਿ ਕਾਫੀ ਜ਼ਿਆਦਾ ਸੌਫਟ ਹੁੰਦੀ ਹੈ। ਇਹਨੂੰ ਲੂਬਰੀਕੈਂਟ ਦੀ ਤਰ੍ਹਾਂ ਯੂਜ਼ ਕੀਤਾ ਜਾਂਦਾ। ਇਹ ਵੀ ਕੁਐਸਚਨ ਆਉਂਦਾ, ਇਟ ਇਜ਼ ਯੂਜ਼ਡ ਐਜ਼ ਲੂਬਰੀਕੈਂਟ। ਉਸ ਤੋਂ ਬਾਅਦ ਹੈਵੀ ਵਾਟਰ 'ਤੇ ਕੁਐਸਚਨ ਇਹੀ ਆਉਂਦਾ, ਹੈਵੀ ਵਾਟਰ ਦਾ ਫਾਰਮੂਲਾ D2O। D2O ਹੈਵੀ ਵਾਟਰ ਦਾ ਯੂਜ਼ ਵੀ ਨਿਊਕਲੀਅਰ ਰਿਐਕਟਰਸ ਦੇ ਵਿੱਚ ਹੁੰਦਾ। ਬੋਰੋਨ, ਬੋਰੋਨ 'ਤੇ ਕੁਐਸਚਨ ਕੀ ਆਊਗਾ? ਬੋਰੋਨ ਇਜ਼ ਯੂਜ਼ਡ ਇਨ ਬੋਰਿਕ ਐਸਿਡ, ਅਤੇ ਜੋ ਕਿ ਬੋਰਿਕ ਐਸਿਡ ਹੈ ਇਟ ਇਜ਼ ਯੂਜ਼ਡ ਐਜ਼ ਐਂਟੀਸੈਪਟਿਕਸ। ਜਰਮਸ ਨੂੰ ਕਿਲ ਕਰਨ ਲਈ ਐਜ਼ ਐਂਟੀਸੈਪਟਿਕ ਯੂਜ਼ ਹੁੰਦਾ ਬੋਰੋਨ। ਚਲਦੇ ਜੀ ਅੱਜ ਦੇ ਨੈਕਸਟ ਕੁਐਸਚਨ 'ਤੇ। 7th ਕੁਐਸਚਨ ਹੈ, ਓਜ਼ੋਨ ਪ੍ਰੋਟੈਕਟਸ ਬਾਇਓਸਫੀਅਰ ਫਰੋਮ। ਓਜ਼ੋਨ ਆਪਾਂ ਨੂੰ ਕਿਹੜੀ ਗੈਸ ਤੋਂ ਬਚਾਉਂਦੀ ਹੈ? ਦਾ ਸੀ ਆਪਸ਼ਨ ਕਰੈਕਟ ਆਨਸਰ ਹੈ ਅਲਟਰਾਵਾਇਲਟ ਰੇਜ਼। ਓਜ਼ੋਨ ਆਪਾਂ ਨੂੰ ਪ੍ਰੋਟੈਕਟ ਕਰਦੀ ਹੈ ਅਲਟਰਾਵਾਇਲਟ ਰੇਜ਼ ਤੋਂ। ਵੈਰੀ ਇੰਪੋਰਟੈਂਟ ਕੁਐਸਚਨ। ਦੇਖੋ ਓਜ਼ੋਨ ਲੇਅਰ ਆਪਣੀ ਪ੍ਰੈਜ਼ੈਂਟ ਹੁੰਦੀ ਹੈ ਸਟ੍ਰੈਟੋਸਫੀਅਰ ਦੇ ਵਿੱਚ, ਇਹ ਵੀ ਯਾਦ ਰੱਖਣਾ ਕਿੱਥੇ ਪ੍ਰੈਜ਼ੈਂਟ ਹੁੰਦੀ ਹੈ। ਜੋਗਰਾਫੀ 'ਚ ਕੁਐਸਚਨ ਹੋਊਗਾ ਸਟ੍ਰੈਟੋਸਫੀਅਰ। ਅਤੇ ਅਲਟਰਾਵਾਇਲਟ ਰੇਜ਼ ਤੋਂ ਆਪਾਂ ਨੂੰ ਬਚਾਉਂਦੀ ਹੈ ਯੂਵੀ ਰੇਜ਼। ਯੂਵੀ ਰੇਜ਼ ਆਪਾਂ ਨੂੰ ਸਕਿਨ ਡਿਸੀਜ਼ਿਜ਼ ਨੂੰ ਕਾਜ਼ ਕਰਦੀ ਹੈ, ਇਹ ਵੀ ਯਾਦ ਰੱਖਣਾ। ਜੇ ਯੂਵੀ ਰੇਜ਼ ਆਪਣੇ ਤੱਕ ਆ ਜਾਣਗੇ ਅਲਟਰਾਵਾਇਲਟ, ਇਹ ਸਕਿਨ ਡਿਸੀਜ਼ ਕਰਦੀ ਹੈ, ਸਕਿਨ ਕੈਂਸਰ ਤੱਕ ਵੀ ਕਰ ਦਿੰਦੀ ਹੈ। ਇਨਫਰਾਰੈਡ ਰੇਜ਼ 'ਤੇ ਕੁਐਸਚਨ ਨਹੀਂ ਆਉਂਦਾ ਵੀ ਇਨਫਰਾਰੈਡ ਆਪਣੇ ਜਿਹੜੇ ਟੀਵੀ ਦੇ ਰਿਮੋਟ ਕੰਟਰੋਲ ਹੈ, ਟੀਵੀ ਦੇ ਰਿਮੋਟ ਕੰਟਰੋਲ ਦੇ ਵਿੱਚ ਹੁੰਦੀ ਹੈ ਇਨਫਰਾਰੈਡ ਰੇਜ਼, ਠੀਕ ਹੈ। ਉਸ ਤੋਂ ਬਾਅਦ ਐਕਸ-ਰੇਜ਼ 'ਤੇ, ਐਕਸ-ਰੇਜ਼ 'ਤੇ ਬਹੁਤ ਇੰਪੋਰਟੈਂਟ ਕੁਐਸਚਨ ਆਉਂਦਾ। ਐਕਸ-ਰੇਜ਼ ਨੂੰ ਕਿੰਨੇ ਇਨਵੈਂਟ ਕੀਤਾ ਸੀ? WK ਰੋਇੰਟਜ਼ਨ, ਵੈਰੀ ਇੰਪੋਰਟੈਂਟ। ਐਕਸ-ਰੇਜ਼ ਵਾਜ਼ ਇਨਵੈਂਟਡ ਬਾਏ WK ਰੋਇੰਟਜ਼ਨ, ਵੈਰੀ ਵੈਰੀ ਇੰਪੋਰਟੈਂਟ। ਚਲਦੇ ਜੀ 8th ਕੁਐਸਚਨ 'ਤੇ। ਬੈਨਜ਼ੀਨ ਇਜ਼ ਏ ਸਾਈਕਲਿਕ ਹਾਈਡਰੋਕਾਰਬਨ ਵਿਦ ਦਾ ਫਾਰਮੂਲਾ। ਬੈਨਜ਼ੀਨ ਕੀ ਹੈ? ਇੱਕ ਸਬਸਟਾਂਸ ਹੈ, ਲਿਕੁਇਡ ਹੈ, ਇਹ ਹਾਈਡਰੋਕਾਰਬਨ ਹੈ, ਸਾਈਕਲਿਕ ਹਾਈਡਰੋਕਾਰਬਨ। ਹਾਈਡਰੋਕਾਰਬਨ ਦਾ ਮਤਲਬ ਇਹ ਹੁੰਦਾ ਇਹਦੇ ਵਿੱਚ ਦੋ ਸਬਸਟਾਂਸ ਹੁੰਦੇ ਮੇਨ, ਹਾਈਡਰੋਜਨ ਅਤੇ ਕਾਰਬਨ, ਤਾਂ ਇਹਨੂੰ ਹਾਈਡਰੋਕਾਰਬਨ ਬੋਲਿਆ ਜਾਂਦਾ। ਅਤੇ ਇਹਦਾ ਫਾਰਮੂਲਾ ਦੱਸਣਾ, ਫਾਰਮੂਲਾ ਦੱਸਣਾ ਜੀ C6H6, ਜਿਹਾ ਕਿ ਜਿੰਨੇ ਹੀ ਇਹਦੇ 'ਚ ਕਾਰਬਨ ਹੈ 6, ਉਨੇ ਹੀ ਹਾਈਡਰੋਜਨ ਹੈ 6। ਵੈਰੀ ਵੈਰੀ ਇੰਪੋਰਟੈਂਟ। ਅਤੇ ਬੈਨਜ਼ੀਨ ਦਾ ਕਾਫੀ ਜਗ੍ਹਾ ਯੂਜ਼ ਹੁੰਦਾ, ਡਾਈਸ ਵਗੈਰਾ ਬਣਾਉਣ ਲਈ, ਬਹੁਤ ਕੁਛ ਚੀਜ਼ਾਂ 'ਚ ਸੋਲਵੈਂਟ ਦੀ ਤਰ੍ਹਾਂ ਵੀ ਯੂਜ਼ ਹੁੰਦਾ। ਬਸ ਮੇਨ ਆਪਾਂ ਯਾਦ ਰੱਖਣਾ ਇੰਡਸਟਰੀਜ਼ ਦੇ ਵਿੱਚ ਯੂਜ਼ ਹੁੰਦਾ ਬੈਨਜ਼ੀਨ। ਚਲਦੇ ਜੀ ਨੈਕਸਟ ਕੁਐਸਚਨ। ਕੁਕਿੰਗ ਗੈਸ ਇਜ਼ ਅ ਮਿਕਸਚਰ ਆਫ। ਕੁਕਿੰਗ ਗੈਸ ਆਪਾਂ ਘਰਾਂ 'ਚ ਯੂਜ਼ ਕਰਦੇ ਹੀ ਹਾਂ। ਕੁਕਿੰਗ ਗੈਸ ਕੀ ਹੁੰਦੀ ਹੈ? LPG, ਹੈ ਨਾ, ਲਿਕੁਇਫਾਈਡ ਪੈਟਰੋਲੀਅਮ ਗੈਸ। LPG ਦੀ ਫੁੱਲ ਫੋਰਮ ਆ ਸਕਦੀ ਹੈ ਲਿਕੁਇਫਾਈਡ ਪੈਟਰੋਲੀਅਮ ਗੈਸ। ਤਾਂ LPG ਦੇ ਵਿੱਚ ਕਿਹੜੀ ਦੋ ਮੇਨ ਗੈਸਿਸ ਹੁੰਦੀ ਹੈ? ਇਹਨੂੰ ਆਪਾਂ ਕਿਵੇਂ ਯਾਦ ਰੱਖਣਾ ਇਹ ਵੀ ਮੈਂ ਤੁਹਾਨੂੰ ਦੱਸੂੰਗਾ। ਇਹਦਾ ਸੈਕਿੰਡ ਆਪਸ਼ਨ ਕਰੈਕਟ ਆਨਸਰ ਹੈ ਬਿਊਟੇਨ ਐਂਡ ਪ੍ਰੋਪੇਨ। ਬਿਊਟੇਨ ਐਂਡ ਪ੍ਰੋਪੇਨ। ਤਾਂ ਆਪਾਂ ਯਾਦ ਰੱਖਣ, ਦੇਖੋ LPG ਸਿਲੰਡਰ ਕਾਫੀ ਹੈਵੀ ਹੁੰਦਾ। ਸਿਲੰਡਰ ਆਪਾਂ ਸਿਰ 'ਤੇ ਚੱਕਦੇ ਹਾਂ, ਜਦੋਂ ਆਪਾਂ ਸਿਲੰਡਰ ਸਿਰ 'ਤੇ ਚੱਕਦੇ ਹਾਂ ਆਪਣਾ ਕੀ ਹੈ? BP ਵੱਧ ਜਾਂਦਾ, BP ਵੱਧ ਜਾਂਦਾ ਹੈ ਨਾ, ਬਲੱਡ ਪ੍ਰੈਸ਼ਰ ਵੱਧ ਜਾਂਦਾ। BP ਤੋਂ ਯਾਦ ਰੱਖਣਾ ਬਿਊਟੇਨ ਐਂਡ ਪ੍ਰੋਪੇਨ, ਵੈਰੀ ਇੰਪੋਰਟੈਂਟ। ਅਤੇ LPG ਦੀ ਫੁੱਲ ਫੋਰਮ ਕੀ ਹੈ ਜੀ? ਲਿਕੁਇਫਾਈਡ ਪੈਟਰੋਲੀਅਮ ਗੈਸ। 10th ਕੁਐਸਚਨ ਹੈ, ਨਿਊਟਰਲਾਈਜੇਸ਼ਨ ਇਜ਼ ਅ ਰਿਐਕਸ਼ਨ ਬਿਟਵੀਨ ਵਿਚ ਆਫ ਦਾ ਫੋਲੋਇੰਗ।
ਤਾਂ ਇੱਕ ਨਿਊਟਰਲਾਈਜੇਸ਼ਨ ਰਿਐਕਸ਼ਨ ਹੁੰਦੀ ਉਹ ਕਿਹਦੇ ਵਿਚਕਾਰ ਹੁੰਦੀ ਹੈ, ਉਹ ਵਿਚਕਾਰ ਹੁੰਦੀ ਹੈ ਜੀ ਐਸਿਡ ਅਤੇ ਬੇਸ ਦੇ ਵਿਚਕਾਰ। ਆਪਾਂ ਨੂੰ ਪਤਾ ਹੀ ਹੈ ਜੀ ਦੋ ਸਬਸਟੈਂਸ ਹੁੰਦੇ ਨੇ, ਇੱਕ ਐਸਿਡ ਹੁੰਦੇ ਨੇ ਜਾਂ ਤਾਂ ਬੇਸ ਹੁੰਦੇ ਨੇ। ਹੁਣ ਐਸਿਡ ਅਤੇ ਬੇਸ ਜਦੋਂ ਮਿਲ ਜਾਂਦੇ ਨੇ ਤਾਂ ਕੀ ਹੋ ਜਾਂਦਾ ਹੈ, ਹਮੇਸ਼ਾ ਕੀ ਬਣਦਾ, ਸੋਲਟ ਬਣਦਾ ਪਲੱਸ ਵਾਟਰ ਬਣਦਾ, ਇਹ ਯਾਦ ਰੱਖਣਾ। ਇਹਨੂੰ ਹੀ ਆਪਾਂ ਨਿਊਟਰਲਾਈਜੇਸ਼ਨ ਰਿਐਕਸ਼ਨ ਕਹਿੰਦੇ, ਮਤਲਬ ਐਸਿਡ ਬੇਸ ਬਣ ਕੇ ਨਿਊਟਰਲ ਚੀਜ਼ ਬਣ ਗਈ। ਨਿਊਟਰਲ ਚੀਜ਼ ਕੀ ਬਣ ਗਈ, ਸੋਲਟ ਪਲੱਸ ਕੀ ਨਿਕਲ ਗਿਆ, ਪਾਣੀ ਨਿਕਲ ਗਿਆ। ਵੈਰੀ ਇੰਪੋਰਟੈਂਟ। ਤਾਂ ਐਸਿਡ ਅਤੇ ਬੇਸ ਦੀ ਜਿਹੜੀ ਰਿਐਕਸ਼ਨ ਹੁੰਦੀ ਇਹਨੂੰ ਕੀ ਬੋਲਿਆ ਜਾਂਦਾ ਹੈ, ਨਿਊਟਰਲਾਈਜੇਸ਼ਨ ਰਿਐਕਸ਼ਨ। ਚਲਦੇ ਜੀ 11th ਕੁਐਸਚਨ ਤੇ, ਵਿਚ ਡਿਵਾਈਸ ਇਜ਼ ਯੂਜ਼ ਫॉर ਕਨਵਰਟਿੰਗ AC ਇਨਟੂ DC। AC ਮਤਲਬ ਆਲਟਰਨੇਟਿੰਗ ਕਰੰਟ ਤੇ DC ਮਤਲਬ ਹੁੰਦਾ ਜੀ ਡਾਇਰੈਕਟ ਕਰੰਟ। ਹੁਣ ਕਹਿੰਦੇ AC ਨੂੰ DC ਦੇ ਵਿੱਚ ਕਨਵਰਟ ਕਰਨ ਲਈ ਕਿਹੜਾ ਸਬਸਟੈਂਸ ਯੂਜ਼ ਕੀਤਾ ਜਾਂਦਾ, ਤਾਂ ਇਹਦਾ ਸੈਕਿੰਡ ਆਪਸ਼ਨ ਕਰੈਕਟ ਆਨਸਰ ਹੈ ਰੈਕਟੀਫਾਇਰਸ। ਰੈਕਟੀਫਾਇਰਸ ਇੱਕ ਤਰ੍ਹਾਂ ਦੇ ਆਪਣੇ ਘਰਾਂ ਦੇ ਇਨਵਰਟਰਾਂ ਦੇ ਵਿੱਚ ਵੀ ਲੱਗੇ ਹੁੰਦੇ ਨੇ। ਰੈਕਟੀਫਾਇਰ ਇਨਵਰਟਰ ਇੱਕੋ ਗੱਲ ਹੀ ਹੈ। ਤਾਂ AC ਨੂੰ DC ਦੇ ਵਿੱਚ ਕਨਵਰਟ ਕਰਦੇ ਆ। ਠੀਕ ਹੈ, ਇੰਪੋਰਟੈਂਟ ਕੁਐਸਚਨ ਸੀ। ਉਸ ਤੋਂ ਇਲਾਵਾ ਟਰਾਂਸਫਾਰਮਰ 'ਤੇ ਕੀ ਕੁਐਸਚਨ ਆਊਗਾ, ਟਰਾਂਸਫਾਰਮਰ ਕੀ ਕਨਵਰਟ ਕਰਦੇ, ਹਾਈ ਵੋਲਟੇਜ ਨੂੰ ਕਿਹਦੇ ਵਿੱਚ ਕਨਵਰਟ ਕਰ ਦਿੰਦੇ ਆ, ਲੋ ਵੋਲਟੇਜ ਦੇ ਵਿੱਚ। ਹਾਈ ਵੋਲਟੇਜ ਨੂੰ ਲੋ ਵੋਲਟੇਜ ਦੇ ਵਿੱਚ ਕਨਵਰਟ ਕਰਦੇ ਟਰਾਂਸਫਾਰਮਰ, ਜਾਂ ਤਾਂ ਉਲਟਾ ਕਰ ਦਿਓ, ਲੋ ਵੋਲਟੇਜ ਨੂੰ ਹਾਈ ਵੋਲਟੇਜ ਵੀ ਕੌਣ ਕਨਵਰਟ ਕਰਦੇ, ਟਰਾਂਸਫਾਰਮਰਸ। ਡਾਇਨਾਮੋ 'ਤੇ ਆਪਾਂ ਨੂੰ ਕੁਐਸਚਨ ਆਊਗਾ, ਵੈਰੀ ਇੰਪੋਰਟੈਂਟ। ਡਾਇਨਾਮੋ ਕਨਵਰਟਸ ਮਕੈਨੀਕਲ ਐਨਰਜੀ ਇਨਟੂ ਇਲੈਕਟ੍ਰੀਕਲ ਐਨਰਜੀ। ਮਕੈਨੀਕਲ ਐਨਰਜੀ ਨੂੰ ਇਲੈਕਟ੍ਰੀਕਲ ਐਨਰਜੀ 'ਚ ਕੌਣ ਚੇਂਜ ਕਰਦੇ ਆ, ਡਾਇਨਾਮੋ। ਆਪਣੇ ਘਰਾਂ ਦੇ ਵਿੱਚ ਆਪਾਂ ਦੇਖੇ ਨਾ ਜਨਰੇਟਰ ਲੱਗੇ ਹੁੰਦੇ ਆ, ਉਹ ਜਨਰੇਟਰ ਨਹੀਂ ਹੁੰਦੇ, ਉਹ ਡਾਇਨਾਮੋ ਹੀ ਹੁੰਦੇ ਆ। ਜਨਰੇਟਰ ਘੁੰਮਦਾ ਹੈ ਯਾਨੀ ਕਿ ਮਕੈਨੀਕਲ ਐਨਰਜੀ ਆਉਂਦੀ ਹੈ, ਉਹ ਉਸ ਤੋਂ ਬਾਅਦ ਕਿਹਦੇ ਚੇਂਜ ਹੋ ਜਾਂਦੀ ਹੈ, ਉਹਨੂੰ ਇਲੈਕਟ੍ਰੀਸਿਟੀ ਦੇ ਵਿੱਚ ਚੇਂਜ ਕਰ ਦਿੰਦਾ। ਚਲਦੇ ਜੀ ਆਪਣੇ 12th ਕੁਐਸਚਨ 'ਤੇ। 12th ਕੁਐਸਚਨ ਕੀ ਹੈ, ਵਿਚ ਇਜ਼ ਯੂਜ਼ਡ ਇਨ ਸਟੋਰੇਜ ਬੈਟਰੀਜ਼। ਜੋ ਆਪਣੇ ਘਰਾਂ ਦੇ ਵਿੱਚ ਆਪਾਂ ਸਟੋਰੇਜ ਬੈਟਰੀਜ਼, ਲੈਡ ਸਟੋਰੇਜ ਬੈਟਰੀਜ਼ ਯੂਜ਼ ਕਰਦੇ ਹਾਂ। ਨਾਮ ਹੀ ਆ ਗਿਆ, ਦੇਖੋ ਇਹਦਾ ਸੈਕਿੰਡ ਆਪਸ਼ਨ ਕਰੈਕਟ ਆਨਸਰ ਹੈ ਲੈਡ ਸਟੋਰੇਜ ਬੈਟਰੀਜ਼ ਇਹਨਾਂ ਨੂੰ ਬੋਲਦੇ। ਇਹਦੇ ਵਿੱਚ ਲੈਡ ਯੂਜ਼ ਕੀਤਾ ਜਾਂਦਾ। ਤੇ ਲੈਡ ਦਾ ਆਪਾਂ ਸਿੰਬਲ ਵੀ ਯਾਦ ਕਰਨਾ ਹੈ PB, ਤੇ ਲੈਡ ਦੀ ਆਪਾਂ ਔਰ ਦਾ ਨਾਮ ਵੀ ਯਾਦ ਕਰਨਾ ਸੀ। ਇਹਦੇ ਖਣਿਜ ਦਾ ਨਾਮ ਕੀ ਹੈ, ਗੈਲੇਨਮ, ਤੇ ਗੈਲਨ ਦਾ ਫਾਰਮੂਲਾ ਵੀ ਯਾਦ ਰੱਖਣਾ ਹੈ। ਗੈਲਨਾ ਦਾ ਫਾਰਮੂਲਾ ਹੈ ਜੀ PBS। ਵੈਰੀ ਇੰਪੋਰਟੈਂਟ। ਤਾਂ ਲੈਡ ਇਜ਼ ਯੂਜ਼ਡ ਇਨ ਸਟੋਰੇਜ ਬੈਟਰੀਜ਼। 13th ਕੁਐਸਚਨ ਹੈ, ਬੈਟਸ ਕੈਨ ਫਲਾਈ ਇਨ ਡਾਰਕ ਬਿਕੋਜ਼। ਬੈਟਸ ਮਤਲਬ ਚਮਗਾਦੜ ਹੁੰਦੀਆਂ ਜੋ ਹਨੇਰੇ ਵਿੱਚ ਵੀ ਚੱਲ ਜਾਂਦੀਆਂ, ਚੱਲ ਸਕਦੀਆਂ, ਉੜ ਸਕਦੀਆਂ। ਕਿਉਂ, ਬਿਕੋਜ਼ ਦੇ ਆਰ ਗਾਈਡਡ ਬਾਏ ਸੁਪਰਸੋਨਿਕ ਵੇਵਸ। ਉਹਨਾਂ ਨੂੰ ਕਿਹਦੀ ਹੈਲਪ ਮਿਲਦੀ ਹੈ, ਸੁਪਰਸੋਨਿਕ ਵੇਵਸ, ਯਾਨੀ ਕਿ ਉਹ ਬਹੁਤ ਹੀ ਜ਼ਿਆਦਾ ਦੂਰੋਂ ਈਕੋਜ਼ ਨੂੰ ਬਹੁਤ ਹੀ ਅੱਛੀ ਸੈਂਸ ਹੁੰਦੀ ਹੈ। ਈਕੋ ਜਿਹੜੀ ਹੁੰਦੀ ਹੈ ਉਹਨੂੰ ਸੈਂਸ ਕਰ ਲੈਂਦੀਆਂ ਸੁਪਰਸੋਨਿਕ ਵੇਵਸ ਦੀ ਹੈਲਪ ਨਾਲ, ਉਹਨੂੰ ਪ੍ਰੋਡਿਊਸ ਕਰਦੀਆਂ। ਤਾਂ ਕਰਕੇ ਬੈਟਸ ਕੀ ਹੈ, ਚਮਗਾਦੜ ਕੀ ਹੈ, ਰਾਤ ਨੂੰ ਵੀ ਦੇਖ ਲੈਂਦੀ ਹੈ। ਵੈਰੀ ਇੰਪੋਰਟੈਂਟ। ਅਲਟਰਾਸੋਨਿਕ ਵੇਵਸ ਨੂੰ ਵੀ ਡਿਟੈਕਟ ਕਰ ਲੈਂਦੀ ਹੈ, ਗਾਈਡਡ ਹੁੰਦੀਆਂ ਬੈਟਸ। ਵੈਰੀ ਇੰਪੋਰਟੈਂਟ ਕੁਐਸਚਨ। ਚਲਦੇ ਜੀ ਨੈਕਸਟ ਕੁਐਸਚਨ 'ਤੇ। 14th ਕੁਐਸਚਨ ਹੈ, ਈਸਟ ਇਜ਼ ਏ। ਈਸਟ, ਉੱਲੀ ਆਪਾਂ ਬੋਲਦੇ ਨਾ, ਉੱਲੀ ਲੱਗ ਜਾਂਦੀ ਕਿਸੇ ਚੀਜ਼ ਨੂੰ। ਈਸਟ ਕੀ ਹੁੰਦੀ ਹੈ, ਸਿੰਗਲ ਸੈੱਲ ਮਾਈਕਰੋ ਔਰਗੈਨਿਜ਼ਮ ਹੁੰਦੇ ਆ। ਸਿੰਗਲ ਸੈੱਲ ਮਾਈਕਰੋ ਔਰਗੈਨਿਜ਼ਮਸ। ਤਾਂ ਮਾਈਕਰੋ ਔਰਗੈਨਿਜ਼ਮ ਛੋਟੇ ਔਰਗੈਨਿਜ਼ਮ, ਸਿੰਗਲ ਸੈੱਲ ਹੁੰਦੇ ਨੇ, ਉਹ ਈਸਟ ਹੁੰਦੇ ਆ। ਤਾਂ ਈਸਟ ਕਿਹਦੀ ਐਗਜ਼ਾਮਪਲ ਹੈ, ਫੰਗਸ ਦੀ। ਫੰਗਸ, ਫੰਜਾਈ, ਇਹਨੂੰ ਫੰਜਾਈ ਵੀ ਬੋਲ ਸਕਦੇ। ਤਾਂ ਈਸਟ ਕੀ ਹੁੰਦਾ, ਫੰਗਸ ਹੀ ਹੁੰਦੀ ਇੱਕ ਤਰ੍ਹਾਂ ਦੀ। ਚਲਦੇ ਜੀ ਨੈਕਸਟ ਕੁਐਸਚਨ 'ਤੇ। ਵਾਸ਼ਿੰਗ ਸੋਡਾ ਇਜ਼, ਵੈਰੀ ਇੰਪੋਰਟੈਂਟ ਕੁਐਸਚਨ, ਬਹੁਤ ਵਾਰੀ ਐਗਜ਼ਾਮ 'ਚ ਆਉਂਦਾ। ਵਾਸ਼ਿੰਗ ਸੋਡਾ ਕੀ ਹੁੰਦਾ, ਸੋਡੀਅਮ ਕਾਰਬੋਨੇਟ। ਸੋਡੀਅਮ ਮਤਲਬ Na2, ਕਾਰਬੋਨੇਟ ਮਤਲਬ CO3। ਵੈਰੀ ਇੰਪੋਰਟੈਂਟ ਕੁਐਸਚਨ। ਸੋਡੀਅਮ ਕਾਰਬੋਨੇਟ ਇਜ਼ ਨੋਨ ਐਜ਼ Na2CO3। ਉਸੇ ਤਰੀਕੇ ਨਾਲ ਆਪਾਂ ਨੂੰ ਸੋਡੀਅਮ ਬਾਈਕਾਰਬੋਨੇਟ ਵੀ ਪੁੱਛ ਸਕਦੇ ਆ। ਸੋਡੀਅਮ ਬਾਈਕਾਰਬੋਨੇਟ ਦਾ ਕੀ ਫਾਰਮੂਲਾ ਹੈ, NaHCO3। ਤੇ ਸੋਡੀਅਮ ਬਾਈਕਾਰਬੋਨੇਟ ਮਤਲਬ ਸਿੰਪਲੀ ਬੇਕਿੰਗ ਸੋਡਾ। ਸੋਡੀਅਮ ਬਾਈਕਾਰਬੋਨੇਟ ਕੀ ਹੁੰਦਾ, ਬੇਕਿੰਗ ਸੋਡਾ। ਕੈਲਸ਼ੀਅਮ ਕਾਰਬੋਨੇਟ ਦਾ ਵੀ ਆਪਾਂ ਨੂੰ ਪਤਾ ਹੋਣਾ ਚਾਹੀਦਾ ਹੈ, ਪਾਣੀ ਦੇ ਵਿੱਚ ਇੰਪਿਓਰਿਟੀਜ਼ ਦੀ ਤਰ੍ਹਾਂ ਮੌਜੂਦ ਹੁੰਦਾ ਕੈਲਸ਼ੀਅਮ ਕਾਰਬੋਨੇਟ, CaCO3, ਜੋ ਕਿ ਪਾਣੀ ਨੂੰ ਹਾਰਡ ਕਰ ਦਿੰਦਾ। ਪਾਣੀ ਨੂੰ ਹਾਰਡ ਕਰਨਾ ਮੀਨਸ ਪਾਣੀ ਫਿਰ ਕੀ ਹੈ, ਝਾਗ ਨਹੀਂ ਬਣਾ ਪਾਉਂਦਾ ਸਰਫ ਦੇ ਨਾਲ, ਡਿਟਰਜੈਂਟਸ ਦੇ ਨਾਲ। ਤੇ ਸੋਡੀਅਮ ਕਲੋਰਾਈਡ ਦਾ ਮਤਲਬ ਕੀ ਹੁੰਦਾ, ਨਮਕ। ਸਿੰਪਲੀ ਜਿਹੜਾ ਆਪਾਂ ਨਮਕ ਯੂਜ਼ ਕਰਦੇ ਘਰਾਂ 'ਚ, ਸੋਡੀਅਮ ਕਲੋਰਾਈਡ ਹੁੰਦਾ NaCl, ਜਿਹਨੂੰ ਰੌਕ ਸਾਲਟ ਜਾਂ ਫਿਰ ਟੇਬਲ ਸਾਲਟ ਵੀ ਬੋਲਿਆ ਜਾਂਦਾ। ਚਲਦੇ ਜੀ ਨੈਕਸਟ ਕੁਐਸਚਨ 'ਤੇ। ਅੱਜ ਕੁਐਸਚਨ 18 ਕੁਐਸਚਨ ਕਰਾਂਗੇ ਅੱਜ ਆਪਾਂ ਇਸ ਪਾਰਟ ਦੇ ਵਿੱਚ। ਨੈਕਸਟ ਕੁਐਸਚਨ ਹੈ, ਪਰਸਨ ਵੇਟਸ ਮੋਰ ਇਨ ਏ ਲਿਫਟ ਵਿਚ ਇਜ਼। ਹੁਣ ਦੇਖੋ ਕੋਈ ਇਨਸਾਨ, ਇਹਨੂੰ ਤੁਸੀਂ ਸੋਚਣਾ ਪਊਗਾ ਵੀ ਕੋਈ ਇਨਸਾਨ ਲਿਫਟ ਦੇ ਵਿੱਚ ਜਾ ਰਿਹਾ ਹੈ ਨਾ। ਹੁਣ ਲਿਫਟ ਦੇ ਵਿੱਚ ਖੜਾ ਮੰਨ ਲਓ, ਹੁਣ ਕੀ ਹੋਊਗਾ, ਜਦੋਂ ਲਿਫਟ ਇੱਕਦਮ ਉੱਪਰ ਨੂੰ ਚੱਲਣ ਲੱਗ ਜੂਗੀ ਤਾਂ ਇਨਸਾਨ ਇੱਕਦਮ ਥੱਲੇ ਨੂੰ ਵੱਜੂਗਾ, ਹੈ ਨਾ। ਸੋਚ ਕੇ ਦੇਖੋ, ਲਿਫਟ ਇੱਕਦਮ ਉੱਪਰ ਨੂੰ ਚੱਲਣ ਲੱਗ ਗਈ, ਇੱਕਦਮ ਪੂਰੀ ਤੇਜ਼ ਜਾਣ ਲੱਗ ਗਈ, ਤਾਂ ਆਪਣੇ ਪੈਰ ਨੀਚੇ ਜੰਮ ਜਾਣਗੇ। ਪੈਰ ਜੰਮ ਜਾਣਗੇ ਮਤਲਬ ਇਟ ਮੀਨਸ ਆਪਣਾ ਵੇਟ ਜ਼ਿਆਦਾ ਲੱਗੂਗਾ। ਤਾਂ ਇਹਦਾ C ਆਪਸ਼ਨ ਕਰੈਕਟ ਆਨਸਰ ਹੈ। ਜਦੋਂ ਐਕਸਲਰੇਟ ਅਪਵਰਡ ਹੋ ਗਈ, ਐਕਸਲਰੇਟ ਅਪਵਰਡ ਮਤਲਬ ਇੱਕਦਮ ਉੱਪਰ ਜਾਊਗੀ ਜੋ ਲਿਫਟ, ਉਦੋਂ ਆਪਾਂ ਨੂੰ ਲਿਫਟ ਦੇ ਵਿੱਚ ਆਪਣਾ ਵੇਟ ਕੀ ਹੈ, ਜ਼ਿਆਦਾ ਲੱਗੂਗਾ। 17th ਕੁਐਸਚਨ ਹੈ, ਵਨ ਫਾਈਂਡ ਇਟ ਮੋਰ ਡਿਫੀਕਲਟ ਟੂ ਵਾਕ ਔਨ ਆਈਸ ਦੈਨ ਔਨ ਕੰਕਰੀਟ ਰੋਡ ਬਿਕੋਜ਼। ਮਤਲਬ ਕਹਿੰਦੇ ਜਿਹੜਾ ਆਈਸ ਮਤਲਬ
ਬਰਫ਼ ਦੇ ਉੱਤੇ ਚੱਲਣਾ ਮੁਸ਼ਕਿਲ ਹੈ ਐਜ਼ ਕੰਪੇਅਰ ਟੂ ਕੰਕਰੀਟ ਰੋਡ ਬਿਕੋਜ਼ देयर इज़ सेकेंड ऑप्शन करेक्ट आंसर है द फ्रिक्शन बिटवीन द आइस एंड फीट इज़ लैस दैन दैट बिटवीन द कंक्रीट एंड फीट मतलब आइस ਦੇ ਜਿਹੜੇ ਆਪਣੇ ਪੈਰ ਇਹਦੇ ਵਿੱਚ ਫ੍ਰਿਕਸ਼ਨ ਘੱਟ ਹੈ ਕਿਹਦੇ ਕੰਪੇਅਰ ਟੂ ਕੰਕਰੀਟ ਤੇ ਫੀਟ ਦੇ ਵਿੱਚ ਜਿਹੜੀ ਫ੍ਰਿਕਸ਼ਨ ਹੁੰਦੀ ਹੈ ਫ੍ਰਿਕਸ਼ਨ ਫੋਰਸ ਵੈਸੇ ਤਾਂ ਨਹੀਂ ਹੋਣੀ ਚਾਹੀਦੀ ਬਟ ਇਹ ਜ਼ਰੂਰੀ ਵੀ ਹੈ ਦੇਖੋ ਜਿੰਨੀ ਜ਼ਿਆਦਾ ਸਰਫੇਸ ਦੇ ਵਿੱਚ ਫ੍ਰਿਕਸ਼ਨ ਘੱਟ ਹੋਊਗੀ ਉਨਾ ਜ਼ਿਆਦਾ ਆਪਾਂ ਉਸ ਸਰਫੇਸ 'ਤੇ ਨਹੀਂ ਤੁਰ ਪਾਵਾਂਗੇ ਸਿੰਪਲੀ ਸੋਚ ਕੇ ਦੇਖੋ ਤੁਸੀਂ ਆइस से तुर रहे हो तो कंक्रीट रोड पे तुर रहे हो आइस से तुरना मुश्किल है क्योंकि फ्रिक्शन घट है कंक्रीट रोड पे तुरना आसान है क्योंकि फ्रिक्शन ज़्यादा है तो फ्रिक्शन अपन जरूरी भी है लेकिन ज़्यादा भी फ्रिक्शन अपन अच्छी नहीं होती चलते जी अस अपने लास्ट क्वेश्चन दे लास्ट क्वेश्चन की है 18th क्वेश्चन है इस सीरीज़ ਦੇ द सैटर्न रिंग्स वाज डिस्कवर्ड बाय ਆਪਣੇ ਜਿਹੜੇ 8 ਪਲੈਨਟਸ ਹੈ ਸੋਲਰ ਸਿਸਟਮ ਦੇ ਵਿੱਚ ਫਸਟ ਪਲੈਨਟ ਕਿਹੜਾ ਜੀ ਮਰਕਰੀ ਦੈਨ ਵੀਨਸ ਦੈਨ ਅਰਥ ਫਿਰ ਮਾਰਸ ਫਿਰ ਜੁਪੀਟਰ ਫਿਰ ਸੈਚਰਨ ਫਿਰ ਯੂਰੇਨਸ ਦੈਨ ਨੈਪਚੂਨ ਤਾਂ ਜਿਹੜੇ ਆਪਣੇ 8 ਪਲੈਨਟਸ ਹੈ ਉਹਨਾਂ ਦੇ ਵਿੱਚੋਂ ਜਿਹੜਾ ਆਪਣਾ ਸੈਚਰਨ ਜਿਹੜਾ ਪਲੈਨਟਸ ਹੈ ਉਹਦੇ ਆਸ-ਪਾਸ ਰਿੰਗਸ ਵੀ ਹੈ ਤਾਂ ਉਹਦੇ ਆਸ-ਪਾਸ ਜਿਹੜੀ ਰਿੰਗਸ ਆ ਉਹਨੂੰ ਸਭ ਤੋਂ ਪਹਿਲਾਂ ਕਿਹਨੇ ਡਿਸਕਵਰ ਕੀਤਾ ਸੀ ਗੈਲੀਲੀਓ ਗੈਲੀਲੀ ਨੇ ਡਿਸਕਵਰ ਕੀਤਾ ਸੀ ਯਾਦ ਰੱਖਣਾ ਸੈਚਰਨ ਰਿੰਗਸ ਤੇ ਸੈਚਰਨਸ ਤੇ ਕੁਐਸਚਨ ਇੱਕ ਹੋਰ ਵੀ ਆਊਗਾ Saturn is the second largest planet in our solar system. Second largest planet in our solar system. सब तो लार्जेस्ट तो केड़ा जी जूपीटर लेकिन दूजे नंबर ते सब तो लार्जेस्ट केड़ा सैचरन न्यूटन ते की क्वेश्चन आऊगा न्यूटन ने आपां नूं की दस्सिया लॉज ऑफ मोशन न्यूटन ने की दस्सिया आपां नूं लॉज ऑफ मोशन ਕੋਪਰਨਿਕਸ ਨੇ ਆਪਾਂ ਨੂੰ ਕੀ ਦੱਸਿਆ ਸੀ ਕੋਪਰਨਿਕਸ ਨੇ ਆਪਾਂ ਨੂੰ ਸੋਲਰ ਸਿਸਟਮ ਬਾਰੇ ਦੱਸਿਆ ਸੀ ਸੂਰਜ ਬਾਰੇ ਦੱਸਿਆ ਸੀ ਪਲੈਨਟਸ ਬਾਰੇ ਵੀ ਕਿਵੇਂ ਪਲੈਨਟਸ ਹੈ ਜਿਵੇਂ ਉਹ ਸੂਰਜ ਦੇ इर्द गिर्द रिवॉल्व कर रहे हैं है ना उस चीज़ बारे दस्या सी तो ये सी अपने अज के इंपॉर्टेंट क्वेश्चनस इन्होंने क्वेश्चनस चंगी तरह रिवाइज कर लेना याद कर लेना तो CBC एग्जाम गुरु की ऐप है जिन्होंने तुम डाउनलोड करके वीडियो क्लासेस देख सकते हो डेली करंट अफेयर डेली क्विज टेस्ट सीरीज़ वगैरह लगा सकते हो तो स्टूडेंट्स आई होप तुम्हें क्वेश्चन पसंद आए होंगे नैक्सट सीरीज़ फिर हाजिर होने अगे साइंस के इंपॉर्टेंट क्वेश्चनस को लैके बेस्ट ऑफ लक